ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੇ ਮੈਂ ਚੀਨਾ, ਸਗਲ ਮਨੋਰਥ ਪੂਰਨ ਆਸੀਨਾ। ਗੁਰ ਕਾ ਸ਼ਬਦ ਹਿਰਦੇ ਮਹਿ ਚੀਨਾ, ਸਗਲ ਮਨੋਰਥ ਪੂਰਨ ਆਸੀਨਾ। ਸੰਤ ਜਨਾ ਕਾ ਮੁਖ ਊਜਲ ਕੀਨਾ, ਕਰ ਕਿਰਪਾ ਅਪੁਨਾ ਨਾਮ ਦੀਨਾ। ਰਹਾਉ ਅੰਧਕੂਪ ਤੇ ਕਰ ਗਹਿ ਲੀਨਾ, ਜੈ ਜੈਕਾਰ ਜਗਤ ਪ੍ਰਗਟੀਨਾ। ਨੀਚਾਂ ਤੇ ਊਚ ਊਨ ਪੁਰੀਨਾ, ਅੰਮ੍ਰਿਤ ਨਾਮ ਮਹਾਰਸ ਲੀਨਾ। ਮਨ ਤਨ ਨਿਰਮਲ ਪਾਪ ਜਲ ਹੀਨਾ, ਕਹੋ ਨਾਨਕ ਪ੍ਰਭ ਭਏ ਪ੍ਰਸੀਨਾ। ਮਨ ਤਨ ਨਿਰਮਲ ਪਾਪ ਜਲ ਹੀਨਾ, ਕਹੋ ਨਾਨਕ ਪ੍ਰਭ ਭਏ ਪ੍ਰਸੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮ ਸਮੇਂ ਸੰਗਤ ਦੇ ਇਹ ਪਲ ਅਸੀਂ ਪ੍ਰਾਪਤ ਕੀਤੇ ਨੇ। ਲੜੀਵਾਰ ਗੁਰਬਾਣੀ ਵਿਆਖਿਆਨ ਦਾ ਸਮਾਂ ਹੈ। ਇਸ ਵਿੱਚ ਰਾਗ ਬਿਲਾਵਲ ਤੇ ਬਿਲਾਵਲ ਰਾਗ ਵਿੱਚ ਵੀ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਚੌਪਦਿਆਂ ਦੇ ਬਚਨ ਅਸੀਂ ਵਿਚਾਰਦੇ ਹਾਂ। ਆਪ ਜੀ ਨੇ ਅਗਲੇਰਾ ਸ਼ਬਦ ਸਰਵਨ ਕਰ ਲਿਆ ਹੈ। ਹਮੇਸ਼ਾ ਦੀ ਤਰ੍ਹਾਂ ਮੁੱਖ ਸੁਨੇਹੇ ਤੋਂ ਜੋ ਰਹਾਉ ਦੇ ਸਿਰਨਾਵੇਂ ਹੇਠਿਆ ਰਹਾਉ ਦੇ ਟਾਈਟਲ ਦੇ ਨਾਲ ਜੋ ਬਚਨ ਆਉਂਦਾ ਹੈ, ਜੋ ਪੰਕਤੀਆਂ ਆਉਂਦੀਆਂ ਨੇ, ਉਹਦੇ ਤੋਂ ਅਸੀਂ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰ ਰਹੇ ਨੇ, ਸੰਤ ਜਨਾ ਕਾ ਮੁਖ ਊਜਲ ਕੀਨਾ, ਕਰ ਕਿਰਪਾ ਅਪੁਨਾ ਨਾਮ ਦੀਨਾ। ਰਹਾਉ ਸੰਤ ਜਨਾ ਕਾ ਮੁਖ ਊਜਲ ਕੀਨਾ। ਗੁਰਬਾਣੀ ਨੇ ਵਾਰ-ਵਾਰ ਕਿਹਾ ਹੈ ਕਿ ਅਸੀਂ ਸੰਤ ਬਣਨਾ ਹੈ। ਹੁਣ ਇਹ ਸੰਤ ਬਣਨ ਦਾ ਮਾਇਨਾ ਇੱਕ ਤੇ ਹੁੰਦਾ ਹੈ ਕਿ ਜਸਟ ਕਿਸੇ ਖਾਸ ਰਿਚੁਅਲ ਨੂੰ ਫੋਲੋ ਕਰਨਾ ਹੈ, ਜਾਂ ਕਿਸੇ ਖਾਸ ਕਿਸਮ ਦੀ ਡਰੈਸ ਕੋਡ ਨੂੰ ਫੋਲੋ ਕਰਨਾ ਹੈ, ਦੈਟ ਸੋਰਟ ਆਫ ਥਿੰਗ। ਕਈ ਵਾਰ ਹੋਇਆ ਜੇ ਆਪਾਂ ਟ੍ਰੈਡੀਸ਼ਨਲ ਵੇ ਨਾਲ ਦੇਖਦੇ ਹਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਯਾਪਨ ਦੇਖੀਏ ਤੇ ਉਹਨਾਂ ਨੇ ਕੋਈ 70 ਸਾਲ ਦੇ ਨੇੜੇ ਉਮਰ ਸਨਾਤਨੀ ਧਾਰਾ ਵਿੱਚ ਰਹਿ ਕੇ ਬਤੀਤ ਕੀਤੀ। ਤੇ ਜਿਸ ਸ਼ਖਸੀਅਤ ਨੇ ਉਸ ਸਮੇਂ ਦੇ ਵਿੱਚ ਇੰਨੇ ਤੀਰਥ ਕੀਤੇ ਹੋਣ, ਆਪਣੇ ਸਮੇਂ ਦੇ ਵਿੱਚ 20 ਸਾਲ ਲਗਾਤਾਰ ਗੰਗਾ ਦੇ ਇਸ਼ਨਾਨ ਤੇ ਜਾਂਦੇ ਰਹੇ ਹੋਣ, ਡੈਫੀਨੇਟਲੀ ਉਸ ਸਾਰੇ ਲਾਈਫ ਸਟਾਈਲ ਨੂੰ ਜੀਂਦਿਆਂ ਹੋਇਆਂ ਉਹਨਾਂ ਦੇ ਹਜ਼ਾਰਾਂ ਲੋਕ ਸੰਪਰਕ 'ਚ ਆਏ ਹੋਣਗੇ। ਸੋ ਜਿਸ ਵਕਤ ਉਹ ਗੁਰੂ ਨਾਨਕ ਜੋਤ ਨੂੰ ਸੰਭਾਲਦੇ ਨੇ, ਤੀਸਰੇ ਨਾਨਕ ਦੇ ਰੂਪ ਦੇ ਵਿੱਚ ਵਿਚਰਦੇ ਨੇ, ਤੇ ਉਸ ਦੌਰ ਦੇ ਅੰਦਰ ਉਹ ਲੋਕ ਫਿਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਉਂਦੇ ਲਗਾਤਾਰ। ਤੇ ਅਕਸਰ ਜਿਵੇਂ ਮਹਿਮਾ ਪ੍ਰਕਾਸ਼ ਜਾਂ ਹੋਰ ਸੋਰਸਿਸ ਸਾਨੂੰ ਦੱਸਦੇ ਕਿ ਉੱਥੇ ਚਰਚਾਵਾਂ ਹੁੰਦੀਆਂ। ਇਹ ਚਰਚਾ ਤੇ ਪਹਿਲੇ ਦਿਨ ਤੋਂ ਰਹੀ ਗੋਸ਼ਟ ਦਾ ਕੌਨਸੈਪਟ ਹੀ ਗੁਰਮਤਿ ਦਾ ਸੀਗਾ। ਨਾਨਕ ਜਬ ਲਗ ਦੁਨੀਆ ਰਹੀ ਹੈ, ਕਿਛ ਸੁਣੀਐ ਕਿਛ ਕਹੀਐ। ਅਧਿਆਤਮਕਤਾ ਨਾਮ ਹੀ ਇਹਦਾ ਹੈ। ਜੇ ਆਪਾਂ ਵਿਚਾਰ ਨਹੀਂ ਕਰਦੇ, ਕਿਉਂਕਿ ਵਿਚਾਰ ਵਿੱਚੋਂ ਹੀ ਬੰਦੇ ਦਾ ਉਦਾਰ ਆ। ਜਦੋਂ ਬੰਦੇ ਦੀ ਵਿਚਾਰ ਅੰਦਰ ਦੀ ਵਿਚਾਰ ਹੈ ਤੇ ਫਿਰ ਬਾਹਰ ਦੀ ਵਿਚਾਰ ਹੈ, ਇਹ ਦੋਨੋਂ ਰੂਪ ਦੇ ਵਿੱਚ। ਖੈਰ, ਉੱਥੇ ਬਾਬਾ ਅਮਰਦਾਸ ਜੀ ਕੋਲ ਆਉਣ ਵਾਲੇ ਲੋਕ ਅਕਸਰ ਬਾਤ ਕਰਦੇ, ਤੇ ਉਹਦੀ ਵਿਆਖਿਆ ਗੁਰਬਾਣੀ ਵਿੱਚ ਬਾਬਾ ਅਮਰਦਾਸ ਜੀ ਦੀ ਬਾਣੀ 'ਚ ਵਾਰ-ਵਾਰ ਮਿਲਦੀ ਵੀ ਹੈ।
ਕਿਤੇ ਗੁਰੂ ਅਮਰਦਾਸ ਸਾਹਿਬ ਨੂੰ ਇਹ ਕਿਹਾ ਜਾਂਦਾ ਕਿ ਗੁਰੂ ਅਮਰਦਾਸ ਸਾਹਿਬ ਤੁਸੀਂ ਜੋ ਸਿੱਖੀ ਦੇ ਰਾਹ 'ਤੇ ਸੰਗਤਾਂ ਨੂੰ ਤੋਰ ਰਹੇ ਹੋ, ਆਖਰਕਾਰ ਇਹਨਾਂ ਨੂੰ ਯੋਗ ਕਿਉਂ ਨਹੀਂ ਸਿਖਾਉਂਦੇ? ਇਹਨਾਂ ਨੂੰ ਉਸ ਕਿਸਮ ਦੇ ਕਿਰਿਆਕਲਾਪ ਜੋ ਟ੍ਰੈਡੀਸ਼ਨਲ ਕਿਰਿਆਕਲਾਪ ਨੇ ਉਹਨਾਂ ਨਾਲ ਜੋੜਿਆ ਜਾਏ। ਤੇ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਮਹਾਰਾਜ ਕਹਿੰਦੇ ਉਹ ਤੇ ਸਿਖਾ ਰਹੇ ਹਾਂ ਅਸੀਂ। ਉਹ ਕਹਿੰਦੇ ਉਹ ਕਿਹੜਾ? ਅਸੀਂ ਤਾਂ ਦੇਖਿਆ ਨਹੀਂ ਕਿ ਉਸ ਕਿਸਮ ਦੇ ਨਾਲ ਕੋਈ ਜੋਗੀ ਬਣੇ ਹੋਣ ਉਸ ਕਿਸਮ ਨਾਲ। ਬਾਬਾ ਅਮਰਦਾਸ ਜੀ ਦੇ ਬਚਨ ਨੇ, ਉਹ ਕਹਿੰਦੇ ਜੋਗ ਨਾ ਭਗਵੀਂ ਕੱਪੜੀ। ਇਹ ਨਹੀਂ ਜੋਗ। ਕੋਈ ਡਰੈਸ ਕੋਡ ਫੋਲੋ ਕਰਦਿਆਂ ਕੋਈ ਜੋਗੀ ਨਹੀਂ ਬਣਿਆ ਕਦੇ। ਕੋਈ ਭਗਵੇ ਪਾ ਕੇ, ਕੋਈ ਸ਼ੈਫਰੋਨ ਪਾ ਕੇ and someone is claiming I'm actually monk or I'm some sort of saintly personality। ਬਾਬਾ ਅਮਰਦਾਸ ਸਿੰਘ ਨਾ, ਇਹ ਨਹੀਂ ਬਾਤ ਹੈ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲਾ ਵੇਸ। ਮੈਲਾ ਵੇਸ ਰਿਨਾਊਂਸ ਕਰ ਦੇਣੀ ਦੁਨੀਆ, ਤੇ ਨਾ ਕੁਝ ਕਮਾਣਾ ਨਾ ਕੁਝ ਪ੍ਰੋਪਰ ਪਾਣਾ, ਰਹਿਣਾ ਸਹਿਣਾ ਉਸ ਕਿਸਮ ਦਾ, ਤੇ ਫਿਰ ਡੈਫੀਨੇਟਲੀ ਬੰਦਾ ਮੈਲਾ ਕੁਚਲਾ ਹੋਏਗਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾ, ਇਹ ਵੀ ਜੋਗ ਨਹੀਂ। ਫਿਰ ਬਾਬਾ ਅਮਰਦਾਸ ਜੋਗ ਕਿਹੜਾ ਆ? ਤੂੰ ਕਹਿੰਦੇ ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲਾ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਹੈ। ਕਿਵੇਂ ਪਾਵਾਂਗੇ? ਸਤਿਗੁਰ ਕਹੇ ਉਪਦੇਸ਼। ਸਤਿਗੁਰੂ ਦੇ ਉਪਦੇਸ਼ ਦਾ ਫੋਲੋਵਰ ਜੋਗੀ ਹੈ। ਸਤਿਗੁਰੂ ਦੇ ਉਪਦੇਸ਼ ਦੇ ਉੱਤੇ ਪਹਿਰਾ ਦੇਣ ਵਾਲੀ ਹਸਤੀ, ਉਹ ਸਮਝ ਲਓ ਅਸਲ ਵਿੱਚ ਯੋਗ, ਅਸਲ ਵਿੱਚ ਉਹ ਧਾਰਮਿਕ ਉਪਾਧੀ ਕਮਾ ਰਹੀ ਹੈ। ਇਹ ਰੂਪ ਆਇਆ। ਇਨ ਬਿਨ ਜਦੋਂ ਅਸੀਂ ਸੰਤ ਦੀ ਪਰਿਭਾਸ਼ਾ ਬਾਣੀ 'ਚ ਪੜ੍ਹੀਏ ਤੇ ਬੜੀ ਸਪਸ਼ਟ ਆ। ਵੈਸੇ ਤਾਂ ਕਈ ਰੂਪਾਂ ਦੇ ਵਿੱਚ ਆ। ਮਹਾਰਾਜ ਜ਼ਿਕਰ ਕਰਦੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਸਾਸ ਗਿਰਾਸ, ਸਾਸ ਗਿਰਾਸ ਕਿਹਾ ਜਾਂਦਾ ਹੈ ਜੇ ਸਾਹ ਜਸਟ ਸਾਡੀ ਜਿਹੜੀ ਜਿਹੜਾ ਅਸੀਂ ਆਕਸੀਜਨ ਇਨਹੇਲ ਤੇ ਫਿਰ ਬਾਅਦ ਵਿੱਚ ਏਅਰ ਐਕਸੇਲ ਕਰਦੇ ਹਾਂ, ਇਹ ਸਾਸ ਹੈ ਸਾਡਾ। ਗਰਾਸ ਜਦੋਂ ਅਸੀਂ ਸਲਾਈਵਾ ਅੰਦਰ ਕਰਦੇ ਹਾਂ। ਮਤਲਬ ਇਹ ਦੋਨਾਂ ਰੂਪਾਂ ਦੇ ਵਿੱਚ, ਭਾਵੇਂ ਅਸੀਂ ਸਾਹ ਲੈ ਰਹੇ ਹਾਂ ਤੇ ਭਾਵੇਂ ਅਸੀਂ ਸਲਾਈਵਾ ਅੰਦਰ ਕਰ ਰਹੇ ਹਾਂ। ਆਈਦਰ ਵੀ ਆਰ ਈਟਿੰਗ ਡਰਿੰਕਿੰਗ ਐਨੀਥਿੰਗ ਔਰ ਵੀ ਆਰ ਜਸਟ ਬਰੀਥਿੰਗ। ਇਨ ਦੈਟ ਪੀਰੀਅਡ ਆਫ ਟਾਈਮ the person who is not forgetting who am I and where I am belonging from। ਮੇਰੀ ਅਸਲ 'ਚ ਜਿਹੜੀ ਲੌਂਗਿੰਗ ਆ ਉਹ ਕਿਹਦੇ ਨਾਲ ਆ? ਇਹ ਰੂਪ ਜਿਹੜਾ ਅੰਡਰਸਟੈਂਡ ਕਰਦਾ ਐਕਚੁਅਲ ਲੈਵਲ 'ਤੇ ਉਹ ਸੰਤ ਆ। ਹੁਣ ਇਸ ਨੂੰ ਫਿਰ ਇੰਟਰਪ੍ਰੀਟੇਸ਼ਨ 'ਚ ਲੈ ਆਈਏ। ਕਈ ਵਾਰੀ ਅਸੀਂ ਇਸ ਨੂੰ ਜਸਟ ਇੱਕ ਮਕੈਨਿਜ਼ਮ ਦੇ ਵਿੱਚ ਲੈ ਜਾਂਦੇ ਹਾਂ। ਜਿਵੇਂ ਰਿਹਾ ਕਿ ਬਰੀਥਿੰਗ ਦੇ ਉੱਤੇ ਤੁਸੀਂ ਫੋਕਸ ਕਰੋ, ਇਹ ਚੀਜ਼ਾਂ ਕਰੋ। ਹਾਲਾਂਕਿ ਹੁਣ ਲਗਾਤਾਰ ਸਾਇੰਟੀਫਿਕ ਸਟੱਡੀਜ਼ ਦੇ ਵਿੱਚ ਵੀ ਚੀਜ਼ਾਂ ਆ ਰਹੀਆਂ ਨੇ ਕਿ ਜੇ ਬਰੀਥਿੰਗ 'ਤੇ ਵੀ ਫੋਕਸ ਕਰਨਾ ਤੇ ਬਰੀਥਿੰਗ ਸ਼ੁੱਡ ਨੋਟ ਬੀ ਡਿਸਟਰੈਕਟ। ਜੇ ਡਿਸਟਰੈਕਸ਼ਨ ਕ੍ਰੀਏਟ ਹੋਏ ਬਰੀਥਿੰਗ ਦੇ ਵਿੱਚ, ਇਹਦੇ ਨਾਲ ਤੁਹਾਡੀ ਨੋਰਮਲ ਬਰੀਥਿੰਗ ਜੇ ਡਿਸਟਰਬ ਹੋ ਰਹੀ ਹੈ, ਸਮਝੋ ਇਟਸ ਨੋਟ ਗੋਨਾ ਗਿਵ ਯੂ ਐਨੀ ਬੈਨੀਫਿਟ ਈਵਨ ਦੋ। ਇਹਦੇ ਨਾਲ ਬਲਕਿ ਹੋਰ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਲਦੀ ਹੋਣ ਦੀ ਬਜਾਏ ਅਨਹੈਲਦੀ ਜਿਹੜੇ ਤੁਹਾਡਾ ਪੈਟਰਨ ਬਣ ਜਾਏਗਾ। ਸੋ ਜੇ ਫੋਕਸ ਵੀ ਕਰਨਾ ਹੈ ਤੇ ਬਰੀਥਿੰਗ ਨੈਚੁਰਲ ਰੱਖਣੀ, ਉਹਦੇ 'ਚ ਕੁਝ ਉਸ ਲੈਵਲ ਦਾ ਜਿਹੜਾ ਹੈ ਚੇਂਜਸ ਨਹੀਂ ਆਉਣੇ ਚਾਹੀਦੇ। ਹੁਣ ਸੈਕਿੰਡ ਥਿੰਗ ਜਿਹੜੀ ਹੈ ਉਹ ਹੈ ਕਿ ਜਿਵੇਂ ਸਾਹਿਬ ਦੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਦਮ ਦਮ ਸਦਾ ਸੰਭਾਲ ਦਾ, ਦਮ ਨਾ ਬਿਰਥਾ ਜਾਏ। ਦਮਾਂ 'ਤੇ ਫੋਕਸ ਕਰ। ਦਮ ਕੀ ਹੈ? ਇਹ ਟਾਈਮ ਆ, ਸਮਾਂ ਆ, ਜੀਵਨ ਆ। ਤੇ ਜੀਵਨ ਅਜਾਈ ਨਾ ਗਵਾ, ਐਨਰਜੀ ਵੇਸਟ ਨਾ ਕਰ, ਸਮੇਂ ਨੂੰ ਇੱਧਰ ਉੱਧਰ ਨਾ ਗਵਾ, ਸਵਾਸ ਨਾ ਗਵਾ। ਸਵਾਸਾਂ ਨੂੰ ਹਰ ਵਕਤ, ਫਿਰ ਇਹ ਵੀ ਸੱਚ ਹੈ ਜੋ ਵੀ ਅਸੀਂ ਕਰਦੇ ਹਾਂ ਉਹਦੇ 'ਚ ਸਵਾਸ 'ਤੇ ਖਰਚ ਹੋ ਹੀ ਰਹੇ ਨੇ। ਆਖਰਕਾਰ ਐਨਰਜੀ ਤੇ ਲੱਗ ਹੀ ਰਹੀ ਹੈ, ਜੀਵਨ 'ਤੇ ਉਹਦੇ 'ਚ ਜਿਹੜਾ ਅਸੀਂ ਇਨਵੈਸਟ ਕਰ ਹੀ ਰਹੇ ਹਾਂ। ਜਿਸ ਦੇ ਜੀਵਨ ਦੀ ਸਾਰੀ ਐਨਰਜੀ ਕਿਸੇ ਚੰਗੇਰੀ ਸੱਤਿਆ ਨੂੰ ਕਮਾਉਣ ਵਿੱਚ ਲੱਗੇ, ਉਹ ਸੰਤ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ। ਜਿਹਨਾਂ ਨੂੰ ਹਰ ਵਕਤ ਅਹਿਸਾਸ ਹੋਏ ਅਸੀਂ ਕਰਤਾਰ ਦੀ ਕੁਦਰਤ ਵਿੱਚ ਇੱਕ ਮਨੁੱਖਾ ਜੀਵਨ ਪ੍ਰਾਪਤ ਕੀਤਾ, ਇੱਕ ਹਿਊਮਨ ਕ੍ਰੀਚਰ ਦੇ ਤੌਰ 'ਤੇ ਆਏ ਹਾਂ। ਸਾਡੇ ਕੋਲ ਐਕਸਪੈਕਟੇਸ਼ਨ ਮਦਰ ਨੇਚਰ ਦੀਆਂ ਇੱਕ ਹਾਇਰ ਲੈਵਲ ਦੀ ਜ਼ਿੰਦਗੀ ਨੂੰ ਜੀਣ ਦੀਆਂ ਨੇ। ਜਿਹਨੂੰ ਇਹ ਅਹਿਸਾਸ ਹੈ ਉਹ ਸੰਤ ਹੈ। ਇਸ ਅਹਿਸਾਸ ਵਿੱਚ ਜੀਂਦਾ ਹੋਇਆ ਸ਼ਖਸ ਫਿਰ ਸੱਤ ਨਾਲ ਪ੍ਰਣਾਉਂਦਾ, ਸਚਿਆਰ ਹੋ ਜਾਂਦਾ ਹੈ, ਜਿਹਨੂੰ ਅਸੀਂ ਲਿਵਿੰਗ ਵਿਦ ਇੰਟੀਗ੍ਰਿਟੀ ਕਹਿੰਦੇ ਹਾਂ ਅੱਜ ਦੀ ਦੁਨੀਆ ਦੇ ਵਿੱਚ। ਟਰੁਥਫੁਲਨੈਸ, ਰਿਐਲਿਟੀ ਦੇ ਨੇੜੇ ਰਹਿ ਕੇ ਜੀਵਨ ਨੂੰ ਉਸ ਲੈਵਲ 'ਤੇ ਮੰਨਣਾ, ਅਹਿਸਾਸਣਾ। ਬਲਕਿ ਫਿਰ ਬੇਨਤੀ ਕਰਾਂਗਾ, ਡਾਟਾ ਬੇਸਡ ਗੱਲ ਜ਼ਿਆਦਾ ਅਪੀਲ ਵੀ ਕਰਦੀ, ਸਮਝ ਵੀ ਆਉਂਦੀ। ਹੁਣ ਤਾਂ ਸਮਝ ਆ ਰਹੀ ਹੈ ਕਿ ਜੇ ਬੰਦਾ ਅੰਡਰ ਦਾ ਨੇਮ ਆਫ ਸਪਿਰਿਚੁਅਲਿਟੀ ਜੇ ਕਿਸੇ ਪਾਥ ਨੂੰ ਓਨੈਸਟਲੀ ਜਾਂ
ਬਲਕਿ ਬੜੇ ਧਿਆਨਦਾਰ ਢੰਗ ਨਾਲ ਫੋਲੋ ਨਹੀਂ ਕਰਦਾ ਤੇ ਉਹਦਾ ਪ੍ਰਭਾਵ ਸਹੀ ਪੈਣ ਦੀ ਬਜਾਏ ਗਲਤ ਪੈ ਜਾਂਦਾ ਹੈ। ਬੰਦੇ ਦੇ ਅੰਦਰ ਗਿਲਟ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਜੇ ਸਹੀ ਤਰੀਕੇ ਨਾਲ ਫੋਲੋ ਨਹੀਂ ਕਰਨਾ ਤੇ ਫਿਰ ਨਾ ਵੀ ਕਰ, ਕਿਉਂਕਿ ਐਸਾ ਨਾ ਹੋ। ਇਸੇ ਕਰਕੇ ਬਾਬਾ ਜੀ ਦੇ ਜਦੋਂ ਬਚਨ ਪੜ੍ਹਦੇ, ਨਾਨਕ ਕਚੜਿਆਂ ਸਿਓ ਤੋੜ, ਕੱਚੇ ਨਹੀਂ ਚਾਹੀਦੇ। ਜੇ ਤੂੰ ਕੱਚ ਪੱਕ 'ਚ ਹੀ ਰਹਿਣਾ ਹੈ, ਫਿਰ ਡੋਂਟ ਕਮ ਟੂਵਰਡ ਐਕਚੁਅਲੀ ਮਾਈ ਪਾਥ। ਨੋ ਆਈ ਡੋਂਟ ਵਾਂਟ ਟੂ ਐਕਚੁਅਲੀ ਟੂ ਸਫਰ। ਮੈਂ ਤੈਨੂੰ ਸਫਰ ਹੋਏ ਕਰਦੇ ਹੋਏ ਦੇਖਣਾ ਨਹੀਂ ਚਾਹੁੰਦਾ, ਬਲਕਿ ਚਾਹੀਦਾ ਤਾਂ ਇਹ ਹੈ ਕੰਪਲੀਟ ਡਿਵੋਸ਼ਨਲ ਅਤੇ ਡੈਡੀਕੇਸ਼ਨ ਦੇ ਵਿੱਚ ਆ ਇੱਧਰ। ਜਿਵੇਂ ਅਸੀਂ ਅੱਜ ਦਾ ਹੁਕਮਨਾਮਾ ਹੀ ਆਪ ਜੀ ਨੇ ਪੜ੍ਹਿਆ ਹੋਏ, ਅਤੇ ਉਹਦੇ 'ਚ ਵੀ ਮਹਾਰਾਜ ਇਹ ਬਿਆਨ ਕਰਦੇ ਕਿ ਜਿਹੜਾ ਆ ਮੈਂ ਤਾਂ ਹੁਣ ਉਸ ਲੈਵਲ 'ਤੇ ਆ ਗਿਆ ਕਿ ਜਿੱਥੇ ਜਾ ਕੇ ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦੀਨੋ ਹੈ ਡਾਰ। ਮੈਂ ਤਾਂ ਆਪਣਾ ਨਿਸ਼ਾਵਰ ਕਰਤਾ, ਆਪਣਾ ਆਪਾਂ ਸਮਰਪਿਤ ਕਰ ਦਿੱਤਾ, ਉਸ ਰੂਪ ਦੀ ਬਾਤ ਕੀਤੀ ਗਈ। ਸੋ ਇਹ ਹੈ ਸੰਤ ਬਿਰਤੀ ਦੇ ਵਿੱਚ ਆਉਣਾ ਹੈ ਅਤੇ ਇਸ ਤਰੀਕੇ ਨਾਲ ਆਓ 100%। ਫਿਰ ਇਹ ਹੈ ਬੰਦਾ ਸੋਚਦਾ ਕਿਉਂਕਿ ਜਾਣਾ ਤਾਂ ਇਸ ਪਾਸੇ ਹੈ, ਬਟ ਹਾਊ ਟੂ ਗੋ ਦੇਅਰ। ਇਹਦੇ ਵਾਸਤੇ ਫਿਰ ਗੁਰੂ ਸਾਹਿਬ ਨੇ ਸ਼ਬਦ ਉਚਰਿਤ ਕੀਤੇ, ਬਾਣੀ ਉਚਰਿਤ ਕੀਤੀ, ਜੀਵਨ ਜਾਚ, ਇੱਕ ਕੰਪਲੀਟ ਵੇ ਆਫ ਲਾਈਫ ਸਾਡੇ ਸਾਹਮਣੇ ਜਿਹੜੀ ਹੈ। ਆਪ ਜੀ ਉਸ ਨੂੰ ਜੀਣ ਵਾਸਤੇ ਆ ਤਰੀਕੇਕਾਰਤਾ ਦੱਸੀ। ਅਧਿਆਤਮੀ ਤਲ ਦੇ ਉੱਤੇ ਮਨੁੱਖੀ ਮਨ ਮੰਡਲ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਕਹਿ ਲਓ ਕਿ ਇੱਕ ਮਿਜ਼ਰੀ ਮਸ਼ੀਨ ਆ, ਜਿਹੜਾ ਹਰ ਵਕਤ ਮਿਜ਼ਰੇਬਲ ਆ, ਜਿਹੜਾ ਮਤਲਬ ਸਹੀ ਵੀ ਸੁਣਦਾ ਗਲਤ ਵੀ ਸੁਣਦਾ, ਦੋਵਾਂ ਦੇ 'ਚ ਇੱਕ ਡਾਇਲੇਮਾ ਵੀ ਬਿਲਡ ਕਰਦਾ, ਡੁਐਲਿਟੀ ਵੀ ਲਿਆਉਂਦਾ। ਸਾਨੂੰ ਕਿਤੇ ਕਿਤੇ ਇਹ ਵੀ ਫੋਰਸ ਕਰਦਾ ਵੀ ਚੰਗੇ ਪਾਸੇ ਚੱਲ, ਬਹੁਤਾਇਤ ਇਹ ਵੀ ਫੋਰਸ ਕਰਦਾ ਵੀ ਮਾੜੇ ਨੂੰ ਵੀ ਜੀਵਨ ਲੈ ਲੈਣਾ ਚਾਹੀਦਾ ਹੈਗਾ। ਸੋ ਸਾਰੇ ਨੂੰ ਜੇ ਆਪਾਂ ਕਿਸੇ ਤਰੀਕੇ ਨਾਲ ਦਰੁਸਤ ਕਰਨਾ ਹੈ, ਉਹਦੇ ਲਈ ਫਿਰ ਸ਼ਬਦ ਹੈ, ਵਿਚਾਰ ਹੈ, ਖਿਆਲ ਹੈ, ਉਹ ਮੰਥਨ ਹੈ ਉਹ ਸਾਰੇ ਦਾ। ਅੱਜ ਦਾ ਇਹ ਬਚਨ ਗੁਰੂ ਅਰਜਨ ਸਾਹਿਬ ਜਿਹੜਾ ਬਿਆਨ ਕਰਦੇ ਨੇ, ਕਹਿਣ ਲੱਗੇ ਸੰਤ ਜਨਾਂ ਕਾ ਮੁਖ ਉਜਲ ਕੀਨਾ। ਮੁਖ ਉਜਲ ਕੀਨਾ, ਮੁਖ 'ਤੇ ਰੌਸ਼ਨੀ ਆ ਜਾਣੀ। ਅੱਜ ਸਾਈਕੋਲੋਜੀ 'ਚ ਕਿਹਾ ਜਾਂਦਾ ਹੈ ਪੀਪਲ ਹੂ ਆਰ trying to present themselves extroverted, indeed they are introverted. ਰਿਐਲਿਟੀ ਦੇ ਵਿੱਚ ਇੰਟਰੋਵਰਟਡ ਨੇ, ਪਰ ਕਿਉਂਕਿ ਉਹਨਾਂ ਦਾ ਭੇਦ ਨਾ ਖੁੱਲ੍ਹ ਜਾਏ ਵੀ ਅੰਦਰੋਂ ਬੜੇ ਡਰੇ ਹੋਏ ਨੇ, ਕੁਆਇਟ ਨੇ ਇਸ ਰੂਪ ਦੇ ਵਿੱਚ, ਇਸ ਕਰਕੇ ਰੌਲਾ ਪਾ ਰਹੇ ਨੇ। ਪੀਪਲ ਹੂ ਆਰ ਟੋਟਲੀ ਇੰਟਰੋਵਰਟਡ ਦੇ ਆਰ ਇਨ ਰਿਐਲਿਟੀ ਐਕਸਟਰੋਵਰਟਡ। ਉਹ ਐਕਚੁਅਲ ਲੈਵਲ 'ਤੇ ਰਹਿਣਾ ਤਾਂ ਐਕਸਟਰਾਵਰਟਡ ਚਾਹੁੰਦੇ ਨੇ, ਪਰ ਹੋ ਕੀ ਗਿਆ ਹੈਗਾ ਕਿ ਕਿਉਂਕਿ ਉਹਨਾਂ ਕੋਲ ਕੋਈ ਮੌਕਾ ਨਹੀਂ ਬਣਿਆ ਜਾਂ ਉਸ ਕਿਸਮ ਦੀ ਸਮਰੱਥਾ ਨਹੀਂ ਮਿਲੀ, ਇਸ ਕਰਕੇ ਉਹ ਇੰਟਰੋਵਰਟਡ ਹੋਈ ਜਾਂਦੇ ਨੇ। ਇਹ ਰੂਪ ਆ। ਸੋ ਓਪੋਜ਼ਿਟ ਸਾਈਡ ਦੇ ਵਿੱਚ ਬੰਦਾ ਜਿਹੜਾ ਹੈਗਾ ਜਾਣ ਦੀ ਟਰਾਈ ਕਰ ਰਿਹਾ ਹੈਗਾ। ਇਹਦੇ ਸਾਹਿਬ ਨੇ ਕਿਹਾ ਜਿਹੜਾ ਮੁੱਖ ਉਜਲਾ ਹੋਣਾ ਹੈ, ਭਾਵ ਜਿਹੜਾ ਅਸਲ ਵਿੱਚ ਬੰਦਾ ਜੋ ਹੈ ਉਹ ਫੇਸ ਵਿਖਾਉਣਾ, ਸੰਤ ਬਿਰਤੀ 'ਚ ਵਿਖਾਏਗਾ। ਜੋ ਇੱਜ਼ਤ ਮਾਣ ਸਤਿਕਾਰ ਆਲੇ ਦੁਆਲੇ ਸਨੇਹਤਾ ਖਲੂਸ ਮੁਹੱਬਤ ਪਿਆਰ ਇਹ ਰੀਅਲ ਹੋਏ, ਇਹ ਫੇਕ ਨਾ ਹੋਏ, ਆਪਣੇ ਲਈ ਵੀ ਅਤੇ ਹੋਰਾਂ ਲਈ ਵੀ। ਆਪਣੇ ਆਪ ਨੂੰ ਵੀ ਬੰਦੇ ਨੂੰ ਪਤਾ ਹੋਏ ਹੂ ਐਮ ਆਈ, ਮੈਂ ਕੌਣ ਹਾਂ। ਆਲੇ ਦੁਆਲੇ ਨੂੰ ਪਤਾ ਹੋਏ ਹੂ ਯੂ ਆਰ, ਤੂੰ ਕੌਣ ਹੈ, ਬਿਲਕੁਲ ਦਿਆਨੰਦਾਰੀ ਦੇ ਨਾਲ। ਅਤੇ ਇਹੀ ਰੱਬ ਨੂੰ ਪਤਾ ਆ। ਜੇ ਆਪਾਂ ਲੁਕਾ ਛੁਪਾ ਕੇ ਜੀਵਨ ਜੀਆਂਗੇ ਨਾ, ਤੇ ਬਾਬਾ ਜੀ ਨੇ ਇੱਕ ਬਚਨ ਕਿਹਾ, ਅਨਕ ਪਰਦੇ ਮੈਂ ਕਰੈ ਵਿਕਾਰ, ਖਿਨ ਮੈਂ ਪ੍ਰਗਟ ਕਰੈ ਸੰਸਾਰ। ਤੂੰ ਪਰਦੇ ਦੇ ਦੇ ਕੇ ਲੁਕਾ ਛੁਪਾ ਕੁਝ ਇਹੋ ਜਿਹਾ ਜੀਵਨ ਜੀ, ਕਰਤਾਰ ਸਭ ਪਰਦੇ ਲਾ ਦੇਗਾ। ਤੇ ਜਿੰਨੀ ਦੇਰ ਤੱਕ ਨਹੀਂ ਵੀ ਲੈਣਗੇ, ਉਨੀ ਦੇਰ ਤੱਕ ਵੀ ਤੇਰੇ ਅੰਦਰ ਇੱਕ ਫੇਕ ਉਹ ਜਿਹੜੀ, ਤੇ ਉੱਥੋਂ ਫਿਰ ਮੁੱਖ ਉਜਲਾ ਨਹੀਂਗਾ। ਅੱਜ ਮੋਸਟਲੀ ਜੇ ਤੁਸੀਂ ਬਹੁਤ ਸਾਰੇ ਮੈਂਟਲ ਡਿਸਆਰਡਰਸ ਨੂੰ ਦੇਖੋਗੇ, ਤੇ ਇਹਦੇ ਵਿੱਚ ਕਿਤੇ ਨਾ ਕਿਤੇ ਬੰਦੇ ਦੇ ਜੀਣ ਦੇ ਤਰੀਕੇ ਦੇ ਵਿੱਚ, ਜਿਹੜੀ ਉਹਦੀ ਜੀਣ ਦਾ ਢੰਗ ਤਰੀਕਾ ਆ, ਉਹਦੇ 'ਚ ਕੋਈ ਕਾਣ ਹੋਏਗੀ, ਉੱਥੇ ਉਹਦੇ ਰੂਟਸ ਪਏ ਹੋਣਗੇ। ਜੇ ਉਹਨੂੰ ਉਸ ਤਰੀਕੇ ਨਾਲ ਕੁਰੇਦਾਂਗੇ ਤਾਂ ਲੱਭ ਜਾਏਗਾ, ਹਾਂ ਭਾਈ ਇੱਥੇ ਕੀ ਪ੍ਰੋਬਲਮ ਆ। ਬਾਬਾ ਜੀ ਬਿਆਨ ਕਰਦੇ, ਓਨੈਸਟ ਹੋ ਜਾ, ਸਚਿਆਰ ਹੋ ਜਾ, ਸੰਤ ਹੋ ਜਾ, ਮੁੱਖ ਉਜਲਾ ਰਹੇਗਾ, ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਧਰਤੀ ਦੇ ਉੱਤੇ ਬਿਲਕੁਲ ਸਾਫ਼ ਗੋ ਹੋ ਕੇ ਜੀਵਨ ਜੀ ਪਾਏਗਾ। ਜਦੋਂ ਅੱਖਾਂ ਬੰਦ ਕਰਕੇ ਵਿਦਾ ਹੋਏਗਾ, ਉਹਦੇ ਅੰਦਰ ਕੋਈ ਬੋਝ ਨਹੀਂ ਹੋਏਗਾ। ਕਈ ਵਾਰ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਸੰਤ ਜਨਾ ਕਾ ਮੁਖ ਉਜਲ ਕੀਨਾ। ਜਾਂ ਲੋਕ ਕਈ ਵਾਰ ਪੁੱਛਦੇ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਤੇ ਉਹ ਕਹਿੰਦੇ ਕਿ ਅੱਛਾ ਮੁਖ ਕਿਵੇਂ ਲੈ ਜਾਏਗਾ ਕੋਈ, ਉਹ ਤੇ ਜਲਾ ਦਿੱਤੀ ਜਾਂਦੀ ਬਾਡੀ ਤੇ। ਇਹ ਕਿਸ ਮੁਖ ਦੀ ਗੱਲ ਹੋ ਰਹੀ ਹੈ? ਇਹ ਅਸੀਂ ਸ਼ਬਦ ਪੜ੍ਹਦੇ ਹਾਂ
सब बयान करते कि बाबा जी एक ऐसे बचन कह रहे हो तुसी कि जह मात पिता सुत मीत ना पाई मन ऊहा नाम तेरा संग सहाई। जिथे कोई वाकई च तो सच है भी रिश्ते तो सारे रह जाने इत्थे इत्थे तो काकी मात पिता को काको कवन पुरख की जोई घट पूटा कोई बात न पूछे काडो काडो हुई। इत्थे वो रूप सारे पिछे रह गए तो फिर मुख किवें जा सकदा नाल? तुसीं खुद ते कह रहे हो इस तरीके दे नाल। ये मैटाफोरिक वे नाल गल हो रही है। इसनूं कई वारी जिहड़ा निर्मलियां दा लिटरेचर है वो बयान करदा कि साडे दो शरीर ने, एक आ शरीर एक सूखम शरीर है। फिर वो सूखम शरीर जांदा गल समझाउण वास्ते है। मौलिक रूप च गल यह है कि जिहड़ी बंदे दी इनर एक कह लो कि प्रैजेंस है इत्थे, ये प्रैजेंस इस रूप में नहीं मुकदी, एक जर्नी की तरह पिछों आई है तो अगे जा रही है। फिर ये भी है हुण तो बहुत सारिया बुक्स लिखिया गई जदों बंदे फौत हो रहे ने, बिल्कुल जा रहे ने मौत के नेड़े। दो तो रीसेंटली किताबां आईयां अमेरिका दे विच, एक तो आई सी पीपल हू चीट डैथ, जिन्हों ने मौत नूं चीट कर लिया, भाव समहाउ मैडिकली कहता मर गए ने, थोड़े समय लिए मरे भी रहे, किते हार्ट बीट बंद हो गई, किते ब्रेन हैमरेज हो गया, ब्रेन बिल्कुल चला गया, थोड़ी देर बाद फिर किते स्पार्क की लाइफ बैक तो फिर आ गए। जो उन्होंने एक्सपीरियंसिस देखे गए उन्होंने विच बहुत सारिया सिमिलरिटीज़ देखिया गई। उन्होंने सिमिलरिटीज़ एक चीज़ ये भी आई कि बहुतायत ने यह गल मनी उहदे विच कि जो कुछ ऐसे अमल अमाल किए सीगे जिहड़े कई बार जिंदगी भर विच कुछ करके याद भी नहीं सी मुड़ के कीते भी कोई इहो जिहा काम भी कीता हैगा जिहड़ा अनएथिकल सीगा, जिहड़ा इनएप्रोप्रीएट सीगा, जिहड़ा बिल्कुल अनएक्सैप्टेबल सीगा, वो किते ना किते सामने आ गया। उदों इंज लगा जिवें उसदी मूवी बन गई है, वो चल रहा आले दुआले। सो ये रूप जिहड़ा आ जो इस लैवल ते बंदा देखदा। एक हिंदी का लिखारी है मुंशी प्रेमचंद, उसने एक हिंदी की एकांगी लिखी है औरंगजेब दियां आखिरी 3 रातां, एक तरह का पढ़ने वाला डॉकूमेंट है। वो जो बयान करता भी जो बादशाह बन के जिया अखीर जो उस उम्र के आया, हालांकि दानिशमंदा ने तो बड़िया कमाल दियां बातां कही ने, कहते हैं कि 2 खत इक्को समय लिखे गए ने। एक का नाम है जफरनामा जिसका मतलब है जित की चिट्ठी, एक का नाम है शिकस्तनामा मतलब हार का खत। ये जफरनामा गुरु गोबिंद सिंह साहब ने लिखिया तो लिखिया टूवर्ड औरंगजेब। सानू सब नूं पता है, भाई दया सिंह लैके गए, उन्होंने जाके उत्थे उहदे सामने पढ़िया। दूसरा जिहड़ी शिकस्तनामा है औरंगजेब ने लिखिया, एक्चुअली ये वसीयत है, लास्ट जिहड़ी विल उन्हें लिखी अपनी, जिस उन्हें बयान किया सारा कुछ, एक तरह का कन्फैशन है वह, जिस बयान करता कि मैं जिया जरूर बादशाह की तरह हाँ, जो अज मर रहा तो सिर ते पापां की पंड तो बिना होर कुछ भी नहीं गा। हालांकि जो उस कन्फैशन दे विच भी कई बार बंदे नूं ऑनेस्ट होना बहुत हार्ड हुंदा आ। जे थोड़ा पिछोकड़ विच आए, बाप नूं दिते दुख जे एहसास च होणगे, जदों पानी मंगदा सीगा मैं उहनूं उस वक्त निहोरे टॉन्टिंग करदा सीगा, निहोरे कसदा सीगा। जो सब तो पवित्र दिन सीगा ते बाप किसी तोहफे की उड़ीक करदा सीगा, मैं अपने भरा का सिर वढ़ के उन्होंने थाल च पा के पेश किया सीगा। यू नो हुण ये चीज़ां उस वक्त तो कैसा मुख होएगा, वो मुख फिर शीशे च वेखण वाला तो नहीं होना। फिर अपनी होंद जिहड़ी है, देखो जिहड़ा गिल्ट आ ना, जिवें खलील जिब्रान बड़ा पढ़िया जाता अज की तारीख च भी, अमेरिका च लोग कमले वांगू पढ़ते हो बंदे अज भी। उन्होंने किसी ने पूछा सीगा खलील सब तो वड्डी सज़ा की है? वो कहता सज़ा ये वे कि तुसी कोई काम कर लवो तो काम गलत हो जाए तो हुण तुहाडे सामने उस काम के सिट्टे निकलन तो तुहानूं पता लगे भी ओह तुहाडे तो है तो गलत होया, तुसी कर कुछ नहीं सकते, जस्ट पछतावे दे विच तुसी सड़दे हो, क्रुजदे हो। कहंदा इस तो वड्डी सज़ा कोई नहीं गई। इन्हूं असीं गिल्ट कहने, गिल्टी फील करना। ये जिहड़ा भार आ बंदे दे ओहदे रूप दे विच, ये तो हैवान बन के बंदा चक रहा है, शैतान बन के बंदा लै रहा है। जे इंसान बनेगा
ਤੇ ਇਨਸਾਨ ਕੋਈ ਬੋਝ ਨਹੀਂ ਚੁੱਕ ਸਕਦਾ ਲੰਬਾ ਸਮਾਂ, ਇਹ ਰਿਐਲਿਟੀ ਹੈ। ਭਾਵੇਂ ਉਹ ਫਿਜ਼ੀਕਲੀ ਹੋਏ ਤੇ ਭਾਵੇਂ ਉਹ ਮੈਂਟਲੀ ਹੋਏ, ਇਨਸਾਨ ਦੀ ਇੱਕ ਐਬਿਲਿਟੀ ਇੱਕ ਸਮੇਂ ਤੱਕ ਹੀ ਹੋ ਸਕਦਾ। ਬੜੇ ਬੜੇ ਭਾਰੇ ਕੰਮ ਕਰਦੇ ਲੋਕ ਦੇਖੇ ਹੋਣਗੇ ਤੁਸੀਂ, ਕਈ ਵਾਰ ਲੱਗਦਾ ਲੈ ਅਸੀਂ ਤੇ ਹਿਲਾ ਦਿਆਂਗੇ ਦੁਨੀਆ ਫੜ ਕੇ, ਸਾਲ 2 ਸਾਲ 1.5 ਸਾਲ 3 ਸਾਲ 4 ਸਾਲ 5 ਸਾਲ ਹੀ ਹੁੰਦਾ, ਫਿਰ ਲੱਗ ਜਾਂਦੇ ਨੇ ਵੀ ਉਹ ਮੇਰੀ ਤੇ ਡਿਸਕ ਮੂਵ ਕਰ ਗਈ ਏ, ਗੋਡੇ ਮੂਵ ਕਰ ਗਏ ਨੇ, ਮੋਢੇ ਮੂਵ ਕਰ ਗਏ, ਦੈਟ ਵੇ ਨਹੀਂ ਹੋ ਸਕਦਾ। ਤੇ ਐਗਜ਼ੈਕਟਲੀ ਜਿਹੜੀ ਮਨ ਦੀ ਦੁਨੀਆ ਦੇ ਵਿੱਚ ਵੀ ਹੈ, ਜਿਵੇਂ ਰਾਜ਼ਦਾਰੀਅਤ ਹੈ, ਕੁਛ ਵੀ ਚੀਜ਼ ਹੈ, ਬੰਦਾ ਨਹੀਂ ਲੁਕਾ ਸਕਦਾ। ਇਹ ਨਹੀਂ, ਕਿਉਂਕਿ ਕੁਦਰਤ ਨੇ ਬਣਾਇਆ ਹੀ ਇਸ ਕਿਸਮ ਦੇ ਨਾਲ ਹੈ ਇਸ ਨੂੰ। ਇਨਸਾਨ ਫਿਰ ਇੱਕ ਹੋਰ ਬਾਤ ਹੈ, ਬਕੌਲ ਮਸਕੀਨ ਜੀ ਬਾਤ ਕਰਾਂ, ਉਹ ਕਹਿੰਦੇ ਹੁੰਦੇ ਸੀ ਜਿਹੜੀ ਇਨਸਾਨ ਦੀ ਇੱਕ ਸਟੇਜ ਆ ਨਾ, ਅਸੀਂ ਇਹਦੇ ਤੇ ਲੰਬਾ ਸਮਾਂ ਸਫ਼ਰ ਨਹੀਂ ਕਰ ਸਕਦੇ। ਜੇ ਲੰਬਾ ਸਮਾਂ ਕੋਈ ਬੰਦਾ ਇਹੀ ਕਹਿ ਰਿਹਾ ਮੈਂ ਇਨਸਾਨ ਬਣ ਕੇ ਸਫ਼ਰ ਕਰ ਰਿਹਾ ਹਾਂ, ਡੈਫੀਨੇਟਲੀ ਉਹ ਕੁਝ ਲੁਕਾ ਰਿਹਾ, ਜਾਂ ਉਹ ਭਗਵਾਨ ਬਣ ਜਾਏਗਾ ਜਾਂ ਸ਼ੈਤਾਨ ਬਣ ਜਾਏਗਾ। ਕਿਉਂਕਿ ਜਿਹੜੀ ਆਹ ਚੀਜ਼ ਆ ਇਸ ਲੈਵਲ ਤੇ ਜੀਣੀ, ਤੇ ਕੁਦਰਤ ਨੇ ਇਹਨੂੰ ਪੋਸੀਬਿਲਿਟੀ ਵੀ ਦਿੱਤੀ ਹੈ। ਆਈਦਰ ਇਹ ਉਸ ਲੈਵਲ ਤੇ ਜਾਏਗਾ, ਸੰਤ ਬਣੇਗਾ, ਜਾਂ ਫਿਰ ਇਹ ਬਿਲਕੁਲ ਲੋਅਰ ਲੈਵਲ ਤੇ ਆਏਗਾ। ਮਹਾਰਾਜ ਬਿਆਨ ਕਰਦੇ ਮੁਖ ਉਜਲਾ ਲੈ ਕੇ ਜਾਏ, ਮੁਖ ਉਜਲਾ ਤਾਂ ਲੈ ਪਾਏਗਾ ਜੇ ਇਨਸਾਨ ਤੋਂ ਸੰਤ ਬਣੇਗਾ ਹਾਇਰ ਲੈਵਲ ਤੇ। ਇੱਥੇ ਫਿਰ ਸਪਿਰਿਚੁਅਲਿਟੀ ਆਉਂਦੀ ਹੈ। ਅੱਜ ਤੇ ਦੁਨੀਆ ਦੇ ਹਰ ਪ੍ਰੋਫੈਸ਼ਨ ਦੇ ਵਿੱਚ ਜਿਹਦੇ 'ਚ ਐਥਿਕਸ ਦੀ ਗੱਲ ਆਉਂਦੀ ਹੈ, ਜਿਹਦੇ 'ਚ ਹਿਊਮਨ ਬੀਇੰਗ ਨਾਲ ਡੀਲ ਕਰਨ ਦੀ ਗੱਲ ਆਉਂਦੀ ਹੈ, ਉਹ 'ਚ ਕਿਹਾ ਜਾਂਦਾ ਹੈ ਕਿ ਬੰਦਾ ਜਲਦੀ ਤੋਂ ਜਲਦੀ ਆਪਣੀ ਜਿਹੜੀ ਸਪਿਰਿਚੁਅਲ ਜਰਨੀ ਹੈ ਉਹਨੂੰ ਸ਼ੁਰੂ ਕਰੇ। ਜੇ ਨਹੀਂ ਸ਼ੁਰੂ ਕਰੇਗਾ ਤੇ ਉਹ ਬਹੁਤ ਲੇਟ ਹੋ ਜਾਏਗਾ, ਪਛਤਾਏਗਾ ਬਾਅਦ ਦੇ ਵਿੱਚ। ਇੱਥੇ ਬਾਬਾ ਜੀ ਨੇ ਬਿਆਨ ਕੀਤਾ, ਸੰਤ ਜਨਾ ਕਾ ਮੁਖ ਉਜਲ ਕੀਨਾ, ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੰਤ ਬਣ ਕੇ ਮੁਖ ਉਜਲ ਹੁੰਦਾ ਆ। ਇਹ ਕਰਤਾਰ ਦੇ ਨਿਯਮ ਵਿੱਚ ਹੈ, ਉਹਦੇ ਹੁਕਮ ਵਿੱਚ ਆ, ਕਰ ਕਿਰਪਾ ਆਪਣਾ ਨਾਮ ਦੇਣਾ। ਤੇ ਜੇ ਪੁੱਛੇ ਤੇ ਬਾਬਾ ਜੀ ਐਵੇਂ ਕਿਉਂ ਹੁੰਦਾ, ਸੰਤ ਦਾ ਹੀ ਮੁਖ ਉਜਲ ਕਿਉਂ ਆ? ਤੇ ਮਹਾਰਾਜ ਕਹਿੰਦੇ ਇਸ ਕਰਕੇ ਕਿਉਂਕਿ ਦਾਤਾ ਤਰਸ ਕਰਕੇ ਉਹਦੇ ਦਾਮਨ, ਉਹਦੀ ਝੋਲੀ ਨੂੰ ਨਾਮ ਨਾਲ ਭਰ ਦਿੰਦਾ ਹੈ। ਨਾਮ ਇੱਕ ਅਹਿਸਾਸ ਹੈ, ਕਰਤਾਰ ਅੰਗ ਸੰਗ ਹੈ, ਆਲੇ ਦੁਆਲੇ ਹੈ, ਹਰ ਵਕਤ ਮੌਜੂਦ ਹੈ। ਇਹ ਅਹਿਸਾਸ ਸਾਡੀ ਸੁਰਤ ਹਮੇਸ਼ਾ ਜੀ ਨਹੀਂ ਪਾਉਂਦੀ। ਜਦੋਂ ਆਪਾਂ ਝੂਠ ਬੋਲਦੇ, ਫਰੇਬ ਕਰਦੇ, ਕਿਸੇ ਦਾ ਦਿਲ ਖਰਾਸ਼ ਕਰਦੇ, ਕੁਛ ਵੀ ਕਰਦੇ, ਸਾਨੂੰ ਕਿੱਥੇ ਯਾਦ ਰਹਿੰਦਾ? ਜਿਵੇਂ ਬਾਬਾ ਫਰੀਦ ਜੀ ਨੇ ਕਿਹਾ, ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਨੀ। ਪੈਰ ਪੈਰ ਤੇ ਦਿਲ ਤੋੜਦੇ ਲੋਕ ਤੁਸੀਂ ਦੇਖਦੇ ਹੋ, ਪੈਰ ਪੈਰ ਤੇ ਆਲੇ ਦੁਆਲੇ ਦੇ ਨਾਲ ਉਹਦੀਆਂ ਫੀਲਿੰਗਸ ਨੂੰ ਹਰਟ ਕਰਦੇ ਲੋਕ ਦੇਖਦੇ ਹੋ। ਕਿੱਥੇ ਅਹਿਸਾਸ ਇਸ ਗੱਲ ਦਾ? ਜੇ ਸਾਰੇ ਰੰਗ ਨੂੰ ਦੇਖੋ, ਇੱਥੇ ਮਹਾਰਾਜ ਬਿਆਨ ਕਰਦੇ ਕਿ ਕਰ ਕਿਰਪਾ ਆਪਣਾ ਨਾਮ ਦੇਣਾ, ਉਹ ਨਾਮ ਦੀ ਸੌਗਾਤ ਦੇ ਦਿੰਦਾ। ਫਿਰ ਧਰਤੀ ਦੇ ਉੱਤੇ ਜਿੰਨਾ ਵੀ ਡਰ ਆ, ਜਿਸ ਡਰ ਅਧੀਨ ਝੂਠ ਬੋਲਿਆ ਜਾਂਦਾ, ਜਿਸ ਡਰ ਅਧੀਨ ਗੁਨਾਹ ਕੀਤੇ ਜਾਂਦੇ, ਉਹ ਵੀ ਇਸੇ ਕਰਕੇ ਹੈ ਕਿ ਰੱਬ ਦਾ ਅਹਿਸਾਸ ਬੰਦੇ 'ਚੋਂ ਟੁੱਟ ਰਿਹਾ ਹੈ। ਸਾਹਿਬ ਬਿਆਨ ਕਰਦੇ, ਜਦੋਂ ਤਰਸ ਕਰਦਾ ਮਾਲਕ ਇਹ ਨਾਮ ਦੀ ਸੌਗਾਤ ਦਿੰਦਾ। ਚਲੋ ਸਟਿਲ ਪਰਸਨ ਲਾਈਕ ਮੀ ਮਾਈਟ ਥਿੰਕ it's a little bit complex. Baba ji, can you make it a little bit more easy so that I can understand properly? Baba ji is actually saying in very beginning, in starting of this shabad, Gur ka shabad hriday mein china. China ਪਿਆਰਾ ਲਫ਼ਜ਼ ਹੈ, ਪੰਜਾਬੀ ਦਾ ਲਫ਼ਜ਼ ਹੈ, ਆਪ ਸਮਝ ਸਕਦੇ ਹੋ। ਦੋ ਤਰੀਕੇ ਨਾਲ ਹੁੰਦਾ ਚੀਨੇ ਦੇ ਅਰਥ ਹੁੰਦੇ ਨੇ। ਇੱਕ ਤੇ ਹੁੰਦਾ ਕਿਸੇ ਚੀਜ਼ ਨੂੰ ਚਿਣਨਾ, ਢਾਕ ਲਾਉਣੀ। ਘਰਾਂ ਦੇ ਵਿੱਚ ਲਾਉਂਡਰੀ ਤਾਂ ਸਾਰੇ ਕਰਦੇ ਹਾਂ, ਵੇਖਦੇ ਹਾਂ ਹੁੰਦੀ ਹੋਈ, ਤੇ ਲਾਉਂਡਰੀ ਹੁਣ ਸਾਰੀ ਇਕੱਠੀ ਕਰਕੇ ਧੋ ਕੇ ਕੁਛ ਵੀ ਕਰਕੇ ਐਵੇਂ ਰੱਖ ਦਿਓ, ਜਾਂ ਫਿਰ ਚਿਣ ਦਿਓ। ਚਿਣੀ ਹੋਈ ਲਾਉਂਡਰੀ, ਇਟਸ ਗੋਨਾ ਮੇਕ ਸੈਂਸ, ਇਟਸ ਗੋਨਾ ਬੀ ਐਕਚੁਅਲੀ ਕ੍ਰੀਏਟ ਸਮ ਸੋਰਟ ਆਫ ਗਲੋਰੀ। ਤੇ ਜੇ ਵੈਸੇ ਸੱਟੀ ਹੋਏਗੀ ਤਾਂ ਕੀ ਹੋਏਗਾ? ਵਿਚਾਰ, ਖਿਆਲ ਇਹ ਬੰਦੇ ਦੇ ਅੰਦਰ ਹੈ ਨੇ, ਸੱਚ ਵੀ ਹੈ, ਝੂਠ ਵੀ ਹੈ, ਸਹੀ ਵੀ ਹੈ, ਗਲਤ ਵੀ ਹੈ। ਬੰਦੇ ਦੇ ਅੰਦਰ ਸਟਰੈਂਥਸ ਵੀ ਨੇ, ਵੀਕਨੈਸਿਸ ਵੀ ਨੇ। ਜਦੋਂ ਚੀਜ਼ਾਂ ਚਿਣੋਗੇ ਨਾ, ਫਿਰ ਪਤਾ ਲੱਗੇਗਾ ਵਟ ਟੂ ਚੂਜ਼ ਐਂਡ ਵਟ ਨੋਟ ਟੂ ਚੂਜ਼। ਕਿਹੜੀ ਚੀਜ਼ ਨੂੰ ਐਕਸੈਪਟ ਕਰਨਾ। ਵਿਵੇਕ ਇੱਥੇ ਕੰਮ ਕਰਦਾ। ਜਦੋਂ ਵਿਵੇਕ, ਚੀਜ਼ਾਂ ਹੀ ਬੜੀਆਂ ਬਲਰੀ ਨੇ, ਪਤਾ ਹੀ ਨਹੀਂ ਲੱਗ ਰਿਹਾ, ਤੇ ਸਭ ਤੋਂ ਪਹਿਲਾਂ ਬੰਦੇ ਨੂੰ ਥਾਟ ਅਪੀਲ ਕਰਦਾ। ਐਕਸ਼ਨ ਤੇ ਬੜੀ ਬਾਤ ਦੀ ਗੱਲ ਆ। ਜਿਵੇਂ ਅਸੀਂ ਸਾਡੇ ਆਮ ਕਰਕੇ ਹੁੰਦਾ ਆ, ਮੈਂ ਜਦੋਂ ਕਾਉਂਸਲਿੰਗ 'ਚ ਸ਼ੁਰੂ 'ਚ ਗਿਆ, ਐਂਡ ਆਈ ਵਾਜ਼ ਸਰਪ੍ਰਾਈਜ਼ ਐਕਚੁਅਲੀ
कि साडे ब्राउन जिहड़ी कम्यूनिटी है इन्हां च काउंसलिंग का कोई कॉन्सैप्ट नहीं हैगा, क्योंकि रीजन उहदा ये बनिया कि सानू एहसास नहीं गा कि जिहड़ा विवेक है असीं बंदे दे अमल बदलना चाहुंदे आ। ये पता नहीं कि बंदे दे अमल ते फाइनल रिजल्ट आ, ये ते तां बदलेगा जे बीज बदलेगा ते बीज की है? बीज उहदियां रावां ने, ख्याल ने, विचार ने, एंड इट विल टेक टाइम। फसली चक्कर तुसीं आप किसानी नाल जुड़े हो, देखिया सारा कि फसल ते अज कोई जे कोई सपोज करो कणक वढ़ रहा है तो इसका मतलब यह है कोई 6 महीने पहला बीजी सी, उन्होंने फिर प्रॉपरली उहदी जिहड़ी है उस तरीके नाल कल्टीवेशन हुई, फिर उहदी केयर हुई, दैन आफ्टरवर्ड हुण उहदी हारवैसटिंग हो रही है। जे बंदा सोचे कि नो 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 इस खेत च कणक वढ़ रहा तो हुण ना मैं भी नैक्सट डे आई वांट टू एक्चुअली डू सम हारवैसटिंग ऑफ वीट, इट्स नॉट गोना हैपन। किनू किस एवें किवें हो जाएगा? विचारां नूं बदल, ख्यालां ते चीन। तो ये जिक्र आया है गुर का शब्द हृदय में चीना, एंड बिल्कुल तो एक चीज़ होर हुंदी है, किसी चीज़ नूं चीन देना, पूरी तरह उन्होंने जिहड़ा भर देना, इहदी गल हो गई। अगला बचन कहा सगल मनोरथ पूरन आसीना, आसीना आसामा, खाशां डिजायरस। वैसे डिजायरस कभी फुलफिल नहीं होंदियां, बंदे दियां डिजायरस की गल ये हैगी है कि जिवें वो अदीब दे असीं बोल पढ़ते हैं ना कि खाश दरमे जिंदगी बसर करते रहे। बंदा खाशां दे महल दे दरवाजे ते खड़ा ते सोचदा भी कोई ना मैं एक दिन इहदे च एंटर कर जावांगा, उहदे दरवाजे इन्ने कि कित्थों एंटर करे, इन्नियां खाशां। बंदा ते एक्चुअल लैवल ते मतलब एक तरह कह लो कि बहुत सारियां हिरसां लैके धरती दे उत्ते तुरिया फिरदा, तो हिरसां एक तो बाद एक आ पूरी होए कि आ पूरी होए, इहदे विच ही डाउटफुल होई जांदा उहनूं भी किस पासे जाया जाए। वो कहता खाशे दर में जिंदगी बसर करते रहे, अखीर पता च लगा कि एक कफन के लिए इतना सफर करते रहे। अखीर नसीब ते ही होया। तो बाबा कबीर ने कमाल कर दी ना, कहने लगे कि एक गल चेते रखी, कबीर यह तन जाएगा सको तो लेहो बहौर, नांगे पांव तिह गए जिनके लाख करोड़। आप देखो दुनिया की किसी ट्रेडिशन दे विच भी साडे तो उत्थे बिल्कुल खद्दर दा सीधा ही जिहड़ा हैगा कपड़ा पा दिता जाता है। चलो इत्थे ते टाई टोई भी ला देते हैं, कोट काट पाने भी चलो थोड़ा, क्योंकि बिजनस मॉडल आ गया ना इत्थे। जुत्ते ये भी नहीं पाउंदे, जुत्ता उत्थे भी नहीं कोई पाउंदा। यही बाणी दा सच है, नांगे पांव तिह गए जिनके लाख करोड़। इत्थे ये है इस रूप में इनू एहसास लिया। तो क्या ये आसीना जिहड़ियां ने उवें तो नहीं पुगड़ियां, पर हाँ ये जरूर आ जे गुरु समझा दे तो बंदे दियां आशां नूं खाशां नूं एक तरह नाल इनू ग्रिप करना आ जाता, उसनूं जिहड़ा कंट्रोल करना आ जाता। अगला बचन लिखिया हैगा सब बयान करदे, अंधकूप ते कर गहलीना, कर कहंदे हत्थ नूं, गहलीना फड़ के कढ लैना। अन्ना खूह है तो होर किते अन्ना खूह बाहर नहीं गा, साडे मन दा ही है जिहदे च साडी कॉन्शियस डुब गई है किते। वी ऑलवेज से आई एम वेरी कॉन्शियस, मैं बड़ा अवेयर हाँ, पर मोस्टली मैनूं पता ही नहीं मैं कितना अनअवेयर हाँ, किस अन्ने खूह च डिग्गा आ। जन्ने खूह च ना डिग्गा होवां तो जिंदगी दियां रावां विचार एवें दे होण मेरे। सब कहंदे होया कि अंधकूप ते कर गहलीना, जय जयकार जगत प्रगटीना। जदों बंदे दे राह ठीक है, उहदे अमल ठीक ने, तो संसार दे विच कहना पेगा भी सच्चे मार्ग चलदे हां, उस्तत करे जहान, भी कहना पेगा हाँ भी वड्याउण जोगा अमल आ। अगला बचन है नीचा ते ऊंच, नीवें तो उच्चा कीता, ऊन पुरीना ऊणे नूं भर दिता, अमृत नाम महारस लीना, आत्मक जीवन देने वाले उसनूं महारस नूं प्राप्त करने की जाच आई। मन तन निर्मल पाप जल खीना, जो पापां दा जल खीन हो गया, मन भी निर्मल तन भी निर्मल, कहो नानक प्रभ भय प्रसन्ना। ते बात बनी उदों जदों हे नानक कहे प्रभु मेरे ते प्रसन्न होया, प्रभु की प्रसन्नता मेरे हिरदे च आ गई। साहब रहमत करन इन्हां आलमी वाक़िਆਂ चों सानूं गुरमत की प्रेरणा मिले, से गुरमती हो सकीए। इन्नियां क बिनतियां नाल खिमा। अगला समागम ढाडी वीर आप जी सामने पेश करनगे। मैनूं इजाजत देनी, कह देना जी वाहिगुरू जी का खालसा वाहिगुरू जी की फतेह।